ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਛੇਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ ਚੌਥਾ ਭਾਗ ਵਿਪਰਨ ਕੀ ਰੀਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਅਤੇ ਪੰਜਵਾਂ ਭਾਗ ਮਰਜ਼ਾਦਾ ਦਾ ਮਨੁੱਖੀ ਆਚਰਨ 'ਤੇ ਚਮਤਕਾਰੀ ਅਸਰ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਪਰਨ ਕੀ ਰੀਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ। ਭਾਵੇਂ ਪੰਥਕ ਮਰਜ਼ਾਦਾ ਵਿੱਚ ਕਰਮਕਾਂਡੀ ਭਰਮ ਦੀ ਖੰਡਣਾ ਹੈ, ਪਰ ਇਸ ਵਿੱਚ ਬ੍ਰਾਹਮਣੀ ਸ਼ਬਦ ਸੰਸਕਾਰ ਦੀ ਵਰਤੋਂ ਤੋਂ ਹੀ ਉਤਸ਼ਾਹ ਲੈ ਕੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਸੰਤਾਂ ਵੱਲੋਂ ਲਿਖੀ ਇਸ ਗੁਰਮਤਿ ਰਹਿਤ ਮਰਜ਼ਾਦਾ ਦਾ ਮੁੱਖ ਬੰਦ ਲਿਖਿਆ ਹੈ। ਮੁੱਖ ਬੰਦ ਲਿਖਣ ਸਮੇਂ ਉਹ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਸਨ। ਬਾਬਾ ਬੁੱਢਾ ਜੀ ਵਾਲੀ ਪਦਵੀ ਦੇ ਮਾਲਕ ਬਣੇ ਸਿੰਘ ਸਾਹਿਬ ਦਾ ਪ੍ਰਮੁੱਖ ਧਰਮ ਤਾਂ ਇਹ ਸੀ ਕਿ ਉਹ ਅਜਿਹੀ ਮਰਜ਼ਾਦਾ ਲਿਖਣ ਨੂੰ ਪੰਥਕ ਏਕਤਾ ਲਈ ਖਤਰਾ ਸਮਝਦੇ, ਇਸ 'ਤੇ ਰੋਕ ਲਾਉਣ ਦਾ ਸੇਧ ਪੱਤਰ ਜਾਰੀ ਕਰਦੇ। ਪਰ ਗਿਆਨੀ ਕਿਰਪਾਲ ਸਿੰਘ ਜੀ ਨੇ ਆਪਣੀ ਪਦਵੀ ਦੀ ਅਯੋਗ ਵਰਤੋਂ ਕਰਦਿਆਂ ਇਸ ਪੰਥ ਵਿਰੋਧੀ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸਿੰਘ ਸਾਹਿਬ ਨੇ ਪਹਿਲਾਂ ਤਾਂ ਮਹਾਨ ਕੋਸ਼ ਵਿਚਲੇ ਸੰਸਕਾਰ ਹੀ ਲਿਖੇ ਹਨ, ਫਿਰ ਆਪਣੇ ਵੱਲੋਂ ਗੁਰਮਤਿ ਸੰਸਕਾਰਾਂ ਦਾ ਵੇਰਵਾ ਇਨ੍ਹਾਂ ਸ਼ਬਦਾਂ ਵਿੱਚ ਦਿੱਤਾ ਹੈ। ਨੰਬਰ 1 ਜਨਮ, ਊੜਾ ਗਰਭਾ ਧਾਰਨ, ਐੜਾ ਜਨਮ, ਈੜੀ ਨਾਮਕਰਨ, ਸੱਸਾ ਝੱਗਾ, ਹਾਹਾ ਕੇਸਾਂ ਦਾ ਜੂੜਾ ਕਰਨਾ ਅਤੇ ਕੱਕਾ ਦਸਤਾਰ ਸਜਾਉਣੀ। ਨੰਬਰ 2 ਅੰਮ੍ਰਿਤ, ਭਾਗ ਊੜਾ ਰਹਿਤ ਦੀ ਧਾਰਨਾ, ਐੜਾ ਅੰਮ੍ਰਿਤਪਾਨ ਵਿਧੀ, ਈੜੀ ਸ਼ੁੱਧੀ, ਸੱਸਾ ਵਿਦਿਆ। ਨੰਬਰ 3 ਆਨੰਦ, ਭਾਗ ਊੜਾ ਕੁੜਮਾਈ, ਐੜਾ ਆਨੰਦ ਕਾਰਜ, ਈੜੀ ਕਰੇਵਾ ਪੁਨਰ ਵਿਆਹ, ਸੱਸਾ ਗੁਰਧਾਮ ਯਾਤਰਾ। ਨੰਬਰ 4 ਮਿਰਤਕ ਸੰਸਕਾਰ, ਭਾਗ ਊੜਾ ਸੰਸਕਾਰ, ਐੜਾ ਕਿਰਿਆ ਪਾਠ ਕੀਰਤਨ ਅਰਦਾਸ ਅਤੇ ਲੰਗਰ ਆਦਿ। ਇਸ ਤਰ੍ਹਾਂ ਪੰਥ ਦੇ ਸਿੰਘ ਸਾਹਿਬ ਨੇ ਸੰਸਕਾਰਾਂ ਅਤੇ ਉਪ ਸੰਸਕਾਰਾਂ ਦੀ ਗਿਣਤੀ ਬ੍ਰਾਹਮਣੀ ਸੰਸਕਾਰਾਂ ਨਾਲੋਂ ਵੀ ਟਪਾ ਦਿੱਤੀ ਹੈ। ਇਸ ਤੋਂ ਅੱਗੇ ਸਿੰਘ ਸਾਹਿਬ ਜੀ ਦਾ ਸਿੱਖਾਂ ਲਈ ਉਪਦੇਸ਼ ਇਨ੍ਹਾਂ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ। ਮਨੁੱਖ ਦੀ ਦਿਮਾਗੀ ਭੁੱਖ ਨੂੰ ਜਿੱਥੇ ਫਲਸਫਾ ਜਾਂ ਗਿਆਨ ਪੂਰਾ ਕਰਦਾ ਹੈ, ਉੱਥੇ ਇਕਲਾਕ ਦੀ ਉੱਚਤਾ ਅਤੇ ਆਚਰਣ ਦੀ ਉਸਾਰੀ ਰਹਿਤ ਮਰਜ਼ਾਦਾ ਤੋਂ ਪੂਰੀ ਹੁੰਦੀ ਹੈ। ਰਹਿਤ ਮਰਜ਼ਾਦਾ 'ਚ ਪਰਪੱਕਤਾ ਸੰਸਕਾਰਾਂ ਰਾਹੀਂ ਪ੍ਰਾਪਤ ਕਰੀਦੀ ਹੈ। ਕਿਸੇ ਮਜ਼ਹਬ ਦੇ ਸੰਸਕਾਰ ਉਸ ਦੀ ਅੰਦਰਲੀ ਤਸਵੀਰ ਹੁੰਦੇ ਹਨ। ਹੋਰ ਧਰਮਾਂ ਦੇ ਸੰਸਕਾਰਾਂ ਨਾਲੋਂ ਸਿੱਖ ਧਰਮ ਦੇ ਸੰਸਕਾਰਾਂ ਵਿੱਚ ਸਾਦਗੀ, ਸਰਲਤਾ, ਪਵਿੱਤਰਤਾ, ਜਜ਼ਬਾ, ਜੀਵਨ ਦਾ ਰਸ ਅਤੇ ਜਥੇਬੰਦੀ ਦੀ ਸਪਿਰਿਟ ਪੈਦਾ ਕਰਨ ਦੀ ਵਧੇਰੇ ਸਮਰੱਥਾ ਹੈ। ਇਸ ਲਈ ਹਰ ਪ੍ਰਾਣੀ ਮਾਤਰ ਲਈ ਆਮ ਕਰਕੇ ਅਤੇ ਹਰ ਗੁਰਸਿੱਖ ਲਈ ਖਾਸ ਕਰਕੇ ਸਿੱਖ ਸੰਸਕਾਰਾਂ ਦੇ ਗਿਆਨ ਅਤੇ ਅਮਲੀ ਧਾਰਨਾ ਅਤਿ ਜ਼ਰੂਰੀ ਹੈ। ਉਸ ਸਮੇਂ ਦੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਇਸ ਤੋਂ ਅੱਗੇ ਤੀਜੇ ਸਫ਼ੇ ਤੋਂ ਆਰੰਭ ਹੋ ਕੇ 6ਵੇਂ ਸਫ਼ੇ ਤੱਕ ਸੰਤ ਗਿਆਨੀ ਗੁਰਬੰਜ ਸਿੰਘ ਭਿੰਡਰਾਂ ਵਾਲਿਆਂ ਦੀ ਲਿਖੀ ਗੁਰਮਤਿ ਰਹਿਤ ਮਰਜ਼ਾਦਾ ਪੁਸਤਕ ਦੀ ਉਸਤਤ ਲਿਖ ਕੇ ਅੰਤ ਵਿੱਚ ਇਉਂ ਲਿਖਿਆ ਹੈ। ਇਹ ਵਿਸ਼ੇਸ਼ ਰਚਨਾ ਆਪਣੀ ਮਿਸਾਲ ਆਪ ਹੈ। ਇਹ ਸਾਰੀਆਂ ਗੁਰਮਤਿ ਮਰਜ਼ਾਦਾ ਹੁਣ ਤੱਕ ਲਿਖਤ ਰੂਪ ਵਿੱਚ ਨਹੀਂ ਸਨ ਆਈਆਂ। ਮਹਾਂਪੁਰਖਾਂ ਨੇ ਪੰਥ 'ਤੇ ਇਹ ਮਹਾਨ ਉਪਕਾਰ ਕੀਤਾ ਹੈ ਜੋ ਪੰਥ ਸਦਾ ਯਾਦ ਕਰਦਾ ਰਹੇਗਾ ਅਤੇ ਜਿਸ ਤੋਂ ਗੁਰੂ ਘਰ ਦੇ ਗ੍ਰੰਥੀ, ਪਾਠੀ, ਪ੍ਰਚਾਰਕ, ਕਥਾਵਾਚਕ, ਖੋਜੀ ਲੇਖਕ ਅਤੇ ਸੰਤ ਮਹਾਤਮਾ ਰੌਸ਼ਨੀ ਪ੍ਰਾਪਤ ਕਰਦੇ ਰਹਿਣਗੇ। ਸਮੁੱਚੇ ਪੰਥ ਦੀ ਪ੍ਰਵਾਨਗੀ ਵਾਲੀ ਸਿੱਖ ਰਹਿਤ ਮਰਜ਼ਾਦਾ ਜਿਸ ਸਰਬ ਉੱਚ ਦਰਬਾਰ ਤੋਂ ਜਾਰੀ ਕੀਤੀ ਗਈ ਸੀ, ਉਸੇ ਦਰਬਾਰ ਦਾ ਮੁੱਖ ਗ੍ਰੰਥੀ ਇੱਕ ਡੇਰੇਦਾਰ ਦੀ ਲਿਖੀ ਨਿੱਜੀ ਗੁਰਮਤਿ ਰਹਿਤ ਮਰਜ਼ਾਦਾ ਨੂੰ ਪੰਥ ਦੀ ਬਦਕਿਸਮਤੀ ਲਿਖਣ ਦੇ ਥਾਂ ਪੰਥ 'ਤੇ ਹੋਇਆ ਉਪਕਾਰ ਲਿਖ ਰਿਹਾ ਹੈ। ਇਸੇ ਪੁਸਤਕ ਨੂੰ ਪੰਥ ਲਈ ਦੁਖਦਾਈ ਹੱਦ ਤਾਈਂ ਹਾਨੀਕਾਰਕ ਸਮਝਦਿਆਂ ਦਾਸ ਨੇ ਭਿੱਡਰੀ ਸੰਤ ਮੋਹਨ ਸਿੰਘ ਜੀ ਨੂੰ ਅਤੇ ਮਹਿਤੇ ਸੰਤ ਠਾਕੁਰ ਸਿੰਘ ਜੀ ਨੂੰ 1992 ਵਿੱਚ ਚਿੱਠੀਆਂ ਲਿਖੀਆਂ ਸਨ। ਦੋਹਾਂ ਵੱਲੋਂ ਉੱਤਰ ਨਾ ਆਉਣ 'ਤੇ ਉਹ ਚਿੱਠੀ ਮਾਸ ਮਾਸ ਕਰ ਮੂਰਖ ਝਗੜੇ ਪੁਸਤਕ ਦਾ ਹਿੱਸਾ ਬਣਾ ਕੇ ਪਾਠਕਾਂ ਦੀ ਕਚਹਿਰੀ ਵਿੱਚ ਭੇਜ ਦਿੱਤੀ ਹੋਈ ਹੈ। ਬਾਬਾ ਬੁੱਢਾ ਜੀ ਦੀ ਪਦਵੀ 'ਤੇ ਬਿਰਾਜਮਾਨ ਸਿੰਘ ਸਾਹਿਬ ਜਿਸ ਪੁਸਤਕ ਨੂੰ ਪੰਥ ਲਈ ਬੜੀ ਉਪਕਾਰੀ ਲਿਖ ਰਹੇ ਹਨ, ਉਸ ਦਾ ਕੋਈ ਵਿਰਲਾ ਪੱਤਰਾ ਹੀ ਅਜਿਹਾ ਹੈ ਜਿਹੜਾ ਬ੍ਰਾਹਮਣੀ ਝੂਠ ਵਾਲਾ ਅਥਵਾ ਗੁਰਮਤਿ ਦੀ ਖੰਡਣਾ ਵਾਲਾ ਨਾ ਹੋਵੇ। ਪੰਥ ਦੇ ਸਰਬਰਾਹਾਂ ਵਿੱਚੋਂ ਕਿਸੇ ਨੇ ਵੀ ਪੰਥ
ਸਰਬ ਉੱਚਤਾ ਨੂੰ ਲਲਕਾਰਨ ਵਾਲੇ ਅਜਿਹੇ ਸਿੰਘ ਸਾਹਿਬ ਅਤੇ ਅਜਿਹੇ ਡੇਰਾਵਾਦ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖੇ। ਸਮਝ ਆ ਰਹੀ ਹੈ ਕਿ ਇਸ ਵੇਲੇ ਪੰਥ ਵਿੱਚ ਉਹਨਾਂ ਮਹੰਤਾਂ ਨਾਲੋਂ ਵੀ ਖਤਰਨਾਕ ਮਹੰਤਾਂ ਦਾ ਕਬਜ਼ਾ ਹੋ ਚੁੱਕਾ ਹੈ, ਜਿਨ੍ਹਾਂ ਨੇ ਨਨਕਾਣਾ ਸਾਹਿਬ ਵਿਖੇ 1921 ਵਿੱਚ ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਅਤੇ ਜਿਹੜੇ ਅੰਗਰੇਜ਼ ਸਰਕਾਰ ਦੇ ਹੱਥ ਦਾ ਹਥਿਆਰ ਬਣ ਕੇ ਪੰਥ ਦਾ ਘਾਤ ਕਰ ਰਹੇ ਸਨ। ਅਜੋਕਾ ਪੰਥਕ ਲੀਡਰ ਇੰਨਾ ਹੰਕਾਰੀ ਹੋ ਚੁੱਕਾ ਹੈ ਕਿ ਗੁਰੂ ਦੇ ਦਰਬਾਰ ਵਿੱਚ ਹੀ ਝੂਠ ਬੋਲਣਾ, ਬਚਨਾਂ ਤੋਂ ਫਿਰ ਜਾਣਾ ਆਪਣਾ ਹੱਕ ਮੰਨ ਬੈਠਾ ਹੈ। ਸਰਬ ਉੱਚ ਪਦਵੀਆਂ ਸਾਂਭੀ ਬੈਠੇ ਸਨਮਾਨਯੋਗ ਜਥੇਦਾਰਾਂ ਦੀ ਸੇਵਾ ਵਿੱਚ ਲਿਖੀਆਂ ਨਿਸਫਲ ਚਿੱਠੀਆਂ ਇਸ ਪੁਸਤਕ ਮਾਲਾ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ। ਪੰਥ ਦੀ ਮਰਜ਼ਾਦਾ ਦੇ ਰਾਖੇ ਆਪ ਹੀ ਸਤਿਗੁਰਾਂ ਤੋਂ ਦੂਰ ਜਾ ਚੁੱਕੇ ਹਨ। ਇਹਨਾਂ ਨੇ ਪੰਥ ਨੂੰ ਸ਼ਬਦ ਵਿਚਾਰ ਨਾਲ ਕਿੱਥੋਂ ਜੋੜਨਾ ਹੈ? ਸਤਿਗੁਰੂ ਤੇ ਵਿਛੜੇ ਤਿੰਨੀ ਦੁੱਖ ਪਾਇਆ, ਆਨ ਦਿਨ ਮਾਰੀਏ ਦੁੱਖ ਸਬਾਇਆ, ਮੱਥੇ ਕਾਲੇ ਮਹਿਲ ਨਾ ਪਾਵੇਂ, ਦੁੱਖ ਹੀ ਵਿੱਚ ਦੁੱਖ ਪਾਏਂਦਾ। ਪੰਨਾ 1063। ਭਾਗ ਪੰਜਵਾਂ। ਮਰਜ਼ਾਦਾ ਦਾ ਮਨੁੱਖੀ ਆਚਰਣ ਤੇ ਚਮਤਕਾਰੀ ਅਸਰ। ਸਦਾ ਆਪਣੀ ਮਰਜ਼ੀ ਅਨੁਸਾਰ ਵਿਚਰਨ ਵਾਲੇ ਅਤੇ ਅਜਿਹੇ ਅਥਰੇ ਗੱਭਰੂ ਨੂੰ ਜਿਹੜਾ ਕਿਸੇ ਦੂਜੇ ਦੇ ਕਹੇ ਪਾਣੀ ਦਾ ਗਲਾਸ ਫੜਾ ਦੇਣ ਵਿੱਚ ਵੀ ਆਪਣੀ ਹੇਠੀ ਮੰਨਦਾ ਹੋਵੇ, ਜਿਹੜਾ ਕਿਸੇ ਦੁਖੀ ਮਨੁੱਖ ਦੀ ਸਹਾਇਤਾ ਕਰਨਾ ਮੂਰਖਪਣਾ ਮੰਨਦਾ ਹੋਵੇ, ਪਰ ਰੁਜ਼ਗਾਰ ਦੀ ਟੋਲ ਵਿੱਚ ਉਸ ਅਥਰੇ ਨੌਜਵਾਨ ਨੂੰ ਫੌਜ ਵਿੱਚ ਭਰਤੀ ਹੋਣਾ ਪੈ ਗਿਆ। ਜਦ ਉਸ ਅਮੋੜ ਰੰਗਰੂਟ ਨੂੰ ਫੌਜ ਦੇ ਕੇਂਦਰੀ ਦਫ਼ਤਰ ਦੀ ਬਣੀ ਮਰਜ਼ਾਦਾ ਅਨੁਸਾਰ ਵਿਚਰਨ ਦੀ ਪੜ੍ਹਾਈ ਅਤੇ ਸਿਖਲਾਈ ਟ੍ਰੇਨਿੰਗ ਬੜੇ ਯੋਜਨਾਬੱਧ ਢੰਗ ਨਾਲ ਦਿੱਤੀ ਗਈ, ਤਾਂ ਉਹ ਅਥਰਾ ਜਵਾਨ ਦੂਜੇ ਦੀ ਮਰਜ਼ੀ ਅਨੁਸਾਰ ਸਿਰ ਤੋਂ ਪੈਰਾਂ ਤਾਈਂ ਕੱਪੜੇ ਵਰਦੀ ਪਾਉਣੇ, ਦੂਜੇ ਦੇ ਹੁਕਮ ਨਾਲ ਖਲੋਣਾ, ਤੁਰਨਾ, ਦੌੜਨਾ, ਮੁੜਨਾ, ਲੇਟਣਾ ਅਤੇ ਗੋਲੀ ਚਲਾਉਣੀ ਸਿੱਖ ਕੇ ਦੂਜੇ ਦੇ ਹੀ ਹੁਕਮ ਵਿੱਚ ਗੋਲੀਆਂ ਅੱਗੇ ਸੀਨਾ ਤਾਣ ਖਲੋਂਦਾ। ਜਿਹੜਾ ਅਥਰਾ ਜਵਾਨ ਕਿਸੇ ਦੁਖੀਏ ਦੇ ਦੁੱਖ ਦਾ ਸਾਂਝੀਵਾਲ ਹੋਣਾ ਜਾਣਦਾ ਹੀ ਨਹੀਂ ਸੀ, ਉਸੇ ਨੂੰ ਇੱਕ ਪੱਕੀ ਮਰਜ਼ਾਦਾ ਵਿੱਚ ਰਹਿਣ ਦੀ ਜਾਚ ਨੇ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਜੋਗਾ ਬਣਾ ਦਿੱਤਾ। ਇੱਕ ਪੱਕੀ ਜੀਵਨ ਮਰਜ਼ਾਦਾ ਨੇ ਕੱਲ੍ਹ ਦੇ ਉਸੇ ਨਿਕੰਮੇ ਨੌਜਵਾਨ ਨੂੰ ਅੱਜ ਦੇਸ਼ ਦੀ ਅਣਖ ਦੀ ਰਾਖੀ ਕਰਦਿਆਂ ਜਾਨ ਵਾਰ ਦੇਣ ਵਾਲਾ ਦੇਸ਼ ਭਗਤ ਬਣਾ ਦਿੱਤਾ। ਲੁਟੇਰੇ ਧਾਰਮਿਕ ਆਗੂ ਦੀ ਕਰਮਕਾਂਡੀ ਮਰਜ਼ਾਦਾ ਵਿੱਚ ਰਹਿਣ ਵਾਲੇ ਭਾਰਤੀ ਨੂੰ ਜ਼ਾਲਮ ਸਿਆਸੀ ਹਾਕਮ ਦੀ ਗੁਲਾਮੀ ਵਿੱਚ ਲੰਮੇ ਸਮੇਂ ਲਈ ਰਹਿਣਾ ਪੈ ਗਿਆ, ਤਾਂ ਦੇਸ਼ ਦਾ ਮਨੁੱਖ ਆਪਣਾ ਸਵੈਮਾਣ ਗਵਾ ਬੈਠਾ। ਆਪਣੀ ਜਾਨ ਮਾਲ, ਧੀ ਭੈਣ ਅਤੇ ਮਾਤਾ ਦੀ ਪੱਤ ਦੀ ਨਿਲਾਮੀ ਹੁੰਦੀ ਚੱਲ ਚੁੱਕਾ ਸੀ। ਭਾਰਤੀ ਮਨੁੱਖ ਮੁਰਦਾ ਜ਼ਮੀਰ ਅਤੇ ਨਿਰਬਲ ਹੋਣ ਦੇ ਨਾਲ ਪਸ਼ੂ ਬਿਰਤੀ ਪੈਦਾ ਕਰਨ ਵਾਲੀ ਭਰਮਾਗ੍ਰਸੀ ਅਗਿਆਨਤਾ ਦੀ ਜਿਲਣ ਵਿੱਚ ਧੱਸਿਆ। ਬੇਵੱਸ ਹੋ ਕੇ ਦੇਵੀ ਦੇਵਤਿਆਂ ਨੂੰ ਸਹਾਇਤਾ ਲਈ ਆਵਾਜ਼ਾਂ ਮਾਰਨ ਤੋਂ ਵੱਧ ਕਾਸੇ ਜੋਗਾ ਨਹੀਂ ਸੀ ਰਿਹਾ। ਇਸ ਦੁਰਦਸ਼ਾ ਦਾ ਕਾਰਨ ਕੇਵਲ ਬ੍ਰਾਹਮਣੀ ਮਰਜ਼ਾਦਾ ਵਾਲਾ ਕਰਮਕਾਂਡੀ ਧਰਮ ਅਥਵਾ ਵਿਪਰਨ ਕੀ ਰੀਤ ਹੀ ਤਾਂ ਸੀ। ਮਨੁੱਖਤਾ ਦੇ ਸੱਚੇ ਹਮਦਰਦ ਨਾਨਕ ਨਿਰੰਕਾਰੀ ਜੀ ਹਿੰਦ ਦੇ ਪਹਿਲੇ ਰਹਿਬਰ ਸਨ, ਜਿਨ੍ਹਾਂ ਨੇ ਬ੍ਰਾਹਮਣ ਦੇ ਇਸ ਲੁੱਟ ਭੇਦ ਨੂੰ ਸਮਝਿਆ ਕਿ ਭੈੜੀ ਜੀਵਨ ਮਰਜ਼ਾਦਾ ਮਨੁੱਖ ਨੂੰ ਕਿਸ ਹੱਦ ਤਾਈਂ ਨੀਵਾਂ ਲੈ ਜਾ ਸਕਦੀ ਹੈ। ਹਜ਼ਾਰਾਂ ਸਾਲ ਪੁਰਾਣੀ ਬ੍ਰਾਹਮਣ ਦੀ ਮਰਜ਼ਾਦਾ ਦੇ ਥਾਂ ਗੁਰਦੇਵ ਜੀ ਨੇ ਦੈਵੀ ਗੁਣਾਂ ਭਰਪੂਰ ਸਦੀਵੀ ਸੱਚ ਵਾਲੀ ਮਰਜ਼ਾਦਾ ਦੀ ਰੂਪ ਰੇਖਾ ਤਿਆਰ ਕੀਤੀ। ਉਸ ਉੱਚ ਜੀਵਨ ਮਰਜ਼ਾਦਾ ਅਨੁਸਾਰ ਸਿਖਲਾਈ ਦੇਣੀ ਆਰੰਭੀ। ਮਨੁੱਖ ਦੇ ਅੰਦਰੋਂ ਹਜ਼ਾਰਾਂ ਸਾਲ ਪੁਰਾਣੇ ਸੰਸਕਾਰਾਂ ਨੂੰ ਧੋ ਕੇ ਸੋਚ ਆਚਾਰ ਵਾਲੇ ਦੈਵੀ ਗੁਣਾਂ ਦੇ ਸੰਸਕਾਰ ਬਣਾਉਣ ਆਏ ਗੁਰੂ ਨਾਨਕ ਜੀ ਨੂੰ 1469 ਤੋਂ 1708 ਤਾਈਂ 10 ਅੱਡ-ਅੱਡ ਮਨੁੱਖੀ ਸਰੀਰਾਂ ਵਿੱਚ ਵਿਚਰਨਾ ਪਿਆ। ਉਸੇ ਭੇਡਾਂ ਦੇ ਵੱਗ ਵਿੱਚੋਂ ਨਾਨਕ ਨਿਰੰਕਾਰੀ ਜੀ ਨੇ ਨਿਆਰੇ ਸੋਚ ਆਚਾਰ ਦਾ ਮਾਲਕ ਅਜਿਹਾ ਸੰਤ ਸੂਰਮਾ ਤਿਆਰ ਕਰ ਲਿਆ, ਜਿਹੜਾ ਅਗਿਆਨਤਾ ਗ੍ਰਸੇ ਭਰਮ ਅਤੇ ਜ਼ੁਲਮ ਦੀਆਂ ਕਾਲੀਆਂ ਬੋਲੀਆਂ ਰਾਤਾਂ ਨੂੰ ਸੂਰਜ ਵਰਗੀ ਚਾਨਣੀ ਅਤੇ ਚੰਦਰਮਾ ਦੀ ਸੀਤਲਤਾ ਵਿੱਚ ਬਦਲ ਦੇਣ ਦੀ ਸਮਰੱਥਾ ਵਾਲਾ ਸੀ। ਦੂਜਿਆਂ ਦੀ ਜਾਨ ਅਤੇ ਮਾਲ ਤੇ ਆਪਣਾ ਹੱਕ ਸਮਝਣ ਵਾਲੇ ਨਿਰਦਈ ਡਾਕੂਆਂ ਨੂੰ ਸਿੰਘ ਸੂਰਮੇ ਨੇ ਅਜਿਹੀ ਮੱਤ ਦਿੱਤੀ ਕਿ ਦੂਜਿਆਂ ਦੀ ਕਮਾਈ ਵੱਲ ਝਾਕਣਾ ਉਸ ਲਈ ਮੌਤ ਨੂੰ ਸੱਦਾ ਦੇਣ ਤੁੱਲ ਬਣ ਗਿਆ। ਨਿਰਦਈ ਲੁਟੇਰੇ ਨੂੰ ਆਪਣੀ ਕਮਾਈ ਤੇ ਗੁਜ਼ਾਰਾ ਕਰਨ ਦੀ ਜਾਚ ਆ ਗਈ। ਲੋਕਾਂ ਨੇ ਨਿਆਰੀ ਮਰਜ਼ਾਦਾ ਦੇ ਧਾਰਨੀ, ਨਿਆਰੇ ਆਚਰਨ ਵਾਲੇ ਅਤੇ ਨਿਆਰੇ ਤੇਜ ਪ੍ਰਤਾਪ ਦੇ ਮਾਲਕ ਨਿਆਰੇ ਖਾਲਸਾ ਦੀ ਸਰਬ ਸਾਂਝੇ ਪਿਆਰਾਂ ਲੱਦੀ ਠੰਡੀ ਪਤਰਾਲੀ ਛਾਂ ਮਾਣੀ ਤਾਂ ਖਾਲਸਾ ਜੀ ਦਾ ਰਾਜ ਧਰਤੀ ਦਾ ਬਿਹਿਸ਼ਤ ਹੋ ਦਿਸਿਆ।
ਮਨੁੱਖੀ ਆਚਰਨ ਅਤੇ ਆਤਮਿਕ ਗਿਆਨ ਦੀ ਕਾਇਆ ਕਲਪ ਕਰ ਦੇਣ ਵਾਲੀ ਗੁਰੂ ਨਾਨਕ ਸਾਹਿਬ ਜੀ ਦੀ ਦੇਣ ਉਹ ਜੀਵਨ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਧਾਰ ਚੁੱਕੀ ਸੀ। 5 ਭੂਤਕ ਸਰੀਰਾਂ ਵਿੱਚ ਵਿਚਰਨ ਵਾਲੀ ਖੇਡ ਖਤਮ ਕਰਕੇ ਸਦਾ ਲਈ ਆਪਣੇ ਪਰਮ ਧਾਮ ਨੂੰ ਵਾਪਸ ਮੁੜ ਜਾਣ ਤੋਂ ਪਹਿਲਾਂ ਗੁਰੂ ਨਾਨਕ ਨਿਰੰਕਾਰੀ ਜੀ ਨੇ ਆਪਣੇ ਸਿਰਜੇ ਪੂਰਨ ਮਨੁੱਖ ਨੂੰ ਆਪਣੇ 10ਵੇਂ ਜਾਮੇ ਸਮੇਂ ਧੁਰੋਂ ਆਈ ਜੀਵਨ ਮਰਜ਼ਾਦਾ ਦੇ ਗਿਆਨ ਦੇ ਅਥਾਹ ਸਾਗਰ ਅਨੂਪਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਦਾ ਨਿਆਰਾ ਉਪਕਾਰ ਕੀਤਾ। ਇਸੇ ਮਰਜ਼ਾਦਾ ਦਾ ਹੀ ਸਦਕਾ ਸੀ ਕਿ ਦੁਨੀਆ ਨੇ ਖਾਲਸਾ ਦੀ ਚੜ੍ਹਤ ਤੋਂ ਹੈਰਾਨ ਕਰ ਦੇਣ ਵਾਲੀਆਂ ਕਰਾਮਾਤਾਂ ਵਾਪਰਦੀਆਂ ਵੇਖੀਆਂ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਕਿਸੇ ਕਰਮਕਾਂਡੀ ਰੀਤਾਂ ਜਾਂ ਸੰਸਕਾਰਾਂ ਵਿੱਚ ਬੱਝਾ ਹੋਇਆ ਦੁਨੀਆ ਦੇ ਹੋਰ ਧਰਮਾਂ ਵਰਗਾ ਧਰਮ ਨਹੀਂ ਹੈ। ਭਰਮਾਂ ਵਹਿਮਾਂ ਤੋਂ ਅਣਜਾਣ ਸਿੱਖੀ ਇੱਕ ਨਿਆਰੀ ਜੀਵਨ ਜੁਗਤ ਹੈ। ਇਸ ਜੀਵਨ ਜੁਗਤ ਦੀ ਸੋਝੀ ਕੇਵਲ ਅਤੇ ਕੇਵਲ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਸੱਚ ਵਾਲੀ ਸਿੱਖਿਆ ਦੇ ਥਾਂ ਮਨੁੱਖਾਂ ਦੀ ਮਿੱਥੀ ਮਰਜ਼ਾਦਾ ਧਾਰ ਕਰ ਲੈਣੀ ਸਿੱਖੀ ਦੇ ਖਾਤਮੇ ਵੱਲ ਤੁਰਨਾ ਹੈ। ਫੌਜ ਦੀ ਮਰਜ਼ਾਦਾ ਭੁੱਲ ਚੁੱਕੇ ਨੂੰ ਫੌਜ ਵਿੱਚ ਨਹੀਂ ਰਹਿਣ ਦਿੱਤਾ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ਾਦਾ ਭੁੱਲ ਜਾਣ ਵਾਲੇ ਨੂੰ ਗੁਰੂ ਅਤੇ ਪਰਮੇਸ਼ਰ ਦੋਹਾਂ ਦੇ ਦਰੋਂ ਦੁਰਕਾਰੇ ਜਾਣ ਦੇ ਨਾਲ ਸਮਾਜਿਕ ਅਤੇ ਸਿਆਸੀ ਤੇਜ ਪ੍ਰਤਾਪ ਦੀ ਭਾਈਵਾਲੀ ਤੋਂ ਵੀ ਹੱਥ ਧੋਣੇ ਪੈਂਦੇ ਹਨ। ਬੜੇ ਬੀਬੇ ਰਾਣੇ ਸੁਹਿਰਦ ਗੁਰਸਿੱਖ ਨੇ ਸ਼ੰਕਾ ਪ੍ਰਗਟਾਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਗੁਰੂ ਹੈ, ਜੋ ਅੰਮ੍ਰਿਤ ਹੈ, ਜੋ ਧੁਰੋਂ ਆਇਆ ਹੁਕਮਾਓ ਹੈ, ਜੋ ਕੇਵਲ ਬ੍ਰਹਮ ਵਿਚਾਰ ਹੈ ਲਈ ਮਰਜ਼ਾਦਾ ਸ਼ਬਦ ਵਰਤਣਾ ਕਿਤੇ ਬੇਅਦਬੀ ਨਾ ਸਮਝੀ ਜਾਵੇ। ਸੱਚੀ ਮੁੱਚੀ ਜੀਵਨ ਮਰਜ਼ਾਦਾ ਤੋਂ ਬਿਨਾਂ ਨਿਰਾ ਬ੍ਰਹਮ ਗਿਆਨ ਵਿਅਰਥ ਹੈ। ਨਾਮ ਸਿਮਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਪ੍ਰਮੁੱਖ ਹਿੱਸਾ ਸਮਝਿਆ ਅਤੇ ਸਮਝਾਇਆ ਜਾਂਦਾ ਹੈ। ਪ੍ਰਭੂ ਦੇ ਨਾਮ ਦਾ ਸਵਾਸ ਜਾਪ ਅਭਿਆਸ ਜਾਂ ਜਾਪ ਮਰਜ਼ਾਦਾ ਮਨ ਨੂੰ ਸਥਿਰ ਕਰਨ ਦਾ ਯਤਨ ਹੈ, ਜਾਂ ਇਉਂ ਕਹਿ ਲਓ ਕਿ ਮਹਾਂਪੁਰਖਾਂ ਦੀ ਬਣਾਈ ਇਹ ਮਰਜ਼ਾਦਾ ਸਿਮਰਨ ਦੀ ਅਵਸਥਾ ਤੱਕ ਪੁੱਜ ਕੇ ਪ੍ਰਭੂ ਨਾਲ ਲੀਨਤਾ ਵਾਲੀ ਆਤਮਿਕ ਅਵਸਥਾ ਵਿੱਚ ਪੁੱਜਣ ਦਾ ਸਾਧਨ ਹੈ। ਗੁਰਬਾਣੀ ਵਿੱਚ ਇੱਕ ਅਜਿਹੀ ਮਰਜ਼ਾਦਾ ਦਾ ਵੀ ਬੜੇ ਥਾਈਂ ਵਰਣਨ ਹੈ ਜਿਸ ਦੁਆਰਾ ਪ੍ਰਭੂ ਦੀ ਪ੍ਰਾਪਤੀ ਸਗੋਂ ਹੋਰ ਵੀ ਛੇਤੀ ਹੋ ਜਾਣ ਦੀ ਗੱਲ ਹੈ। ਕਿਸੇ ਪ੍ਰਕਾਰ ਦੇ ਜਾਪ ਦਾ ਕੋਈ ਜ਼ਿਕਰ ਤੱਕ ਨਹੀਂ ਹੈ। ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ, ਰੋਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੈ ਧਾਏ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀਐ ਇਮ ਕੰਤ ਮਿਲਾਵਾ ਹੋਏ। ਪੰਨਾ 138। ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁਖ ਨਹੀਂ ਭਾਈ ਮੀਤ। ਪੰਨਾ 386। ਇੱਕ ਮਰਜ਼ਾਦਾ ਇਹ ਵੀ ਹੈ ਕਿ ਜੇ ਕਿਸੇ ਕਾਮਨਾ ਤੋਂ ਰਹਿਤ ਹੋ ਕੇ ਭਾਵ ਨਿਸ਼ਕਾਮ ਸੇਵਾ ਕੀਤੀ ਜਾਵੇ ਤਾਂ ਸੁਆਮੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪੰਨਾ 286। ਕਾਮਨਾ ਤੋਂ ਰਹਿਤ ਹੋਣ ਦੀ ਮਰਜ਼ਾਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਹੀ ਸਿੱਖਣੀ ਹੈ। ਮਰਜ਼ਾਦਾ ਹੀ ਹੁਕਮ ਹੈ। ਹੁਕਮ ਵਿੱਚ ਰਹਿਣ ਦੀ ਮਰਜ਼ਾਦਾ ਬਣਾ ਲੈਣੀ ਹੀ ਸੱਚੀ ਗੁਰਸਿੱਖੀ ਹੈ। ਮਰਜ਼ਾਦਾ ਰੂਪੀ ਹੁਕਮ ਦੀ ਪਛਾਣ ਖਸਮ ਦਾ ਮੇਲ ਹੈ। ਹੁਕਮ ਪਛਾਣ ਤਾਂ ਖਸਮੇ ਮਿਲਣਾ। ਪੰਨਾ 92। ਮਰਜ਼ਾਦਾ ਰੂਪ ਹੁਕਮ ਦੀ ਮਹੱਤਤਾ ਸਮਝਣ ਲਈ ਕੁਝ ਹੋਰ ਗੁਰਬਾਣੀ ਫਰਮਾਨ ਇਸ ਪ੍ਰਕਾਰ ਹਨ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਝੁਕਾਵੇ, ਤਜ ਕਾਮ ਕਾਮਣੀ ਮੋਹ ਤਜੈ, ਤਾਂ ਅੰਜਨ ਮਾਹੀ ਨਿਰੰਜਨ ਪਾਵੈ, ਤਜ ਮਾਨ ਅਭਮਾਨ ਪ੍ਰੀਤੀ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ, ਨਾਨਕ ਸੱਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ। ਪੰਨਾ 141। ਅਰਥ, ਜੇ ਮਨੁੱਖ ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਹੰਕਾਰ ਵੀ ਦੂਰ ਕਰ ਲਵੇ, ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤਰੀ ਦਾ ਮੋਹ ਤਿਆਗ ਦੇਵੇ, ਤਾਂ ਮਨੁੱਖ ਜੀਵਨ ਜੁਗਤ ਸਵਾਰ ਲੈਣ ਵਾਲੀ ਇਹ ਸਾਰੀ ਮਰਜ਼ਾਦਾ ਹੀ ਹੈ। ਇਸ ਵਿੱਚ ਬ੍ਰਹਮ ਵਾਲੀ ਵਿਚਾਰ ਉਚੇਚੀ ਗੱਲ ਕਿਹੜੀ ਹੈ, ਪਰ ਇਹ ਮਰਜ਼ਾਦਾ ਬ੍ਰਹਮ ਵਿਚਾਰ ਨਾਲ ਜੋੜਨ ਵਾਲੀ ਉੱਤਮ ਜੁਗਤੀ ਹੈ, ਜਿਸ ਨਾਲ ਮਾਇਆ ਦੀ ਕਾਲਖ ਵਿੱਚ ਰਹਿੰਦਾ ਹੋਇਆ ਹੀ ਮਾਇਆ ਦੀ ਕਾਲਖ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। ਸਿਰਫ ਮਰਜ਼ਾਦਾ ਨੇ ਹੀ ਪ੍ਰਭੂ ਨਾਲ ਮਿਲਾਪ ਕਰਾ ਦਿੱਤਾ। ਇਸ ਤੋਂ ਅੱਗੇ ਫਿਰ ਜੀਵਨ ਨੂੰ ਮਰਜ਼ਾਦਾ ਵਿੱਚ ਢਾਲ ਲੈਣ ਦਾ ਹੀ ਜ਼ਿਕਰ ਹੈ। ਕਿਸੇ ਜਪ ਤਪ ਦਾ
ਜ਼ਿਕਰ ਕਿਤੇ ਨਹੀਂ ਹੈ। ਜੇ ਮਨੁੱਖ ਹੰਕਾਰ ਦੂਰ ਕਰਕੇ ਆਪਣੇ ਪੁੱਤਰ ਅਤੇ ਵਹੁਟੀ ਦਾ ਉਚੇਚਾ ਮੋਹ ਜਿਸ ਦੇ ਅਧੀਨ ਹੋਇਆ ਮਨੁੱਖ ਆਪਣੇ ਪਰਿਵਾਰ ਲਈ ਪਾਪ ਕਰਨ ਨੂੰ ਵੀ ਤਿਆਰ ਹੋ ਜਾਂਦਾ, ਤਿਆਗ ਦੇਵੇ। ਜੇ ਦੁਨੀਆ ਦੀਆਂ ਪਦਾਰਥਾਂ ਦੀਆਂ ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਵੇ ਤਾਂ ਤੇ ਹੇ ਨਾਨਕ ਪਰਮਾਤਮਾ ਉਸ ਦੇ ਮਨ ਵਿੱਚ ਆ ਵਸਦਾ ਹੈ। ਗੁਰੂ ਸਿੱਖਿਆ ਤੇ ਤੁਰਨ ਨਾਲ ਪਰਮਾਤਮਾ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ। ਪਰ ਧਨ ਪਰ ਦਾਰਾ ਪਰ ਹਰੀ ਤਾਕੈ ਨਿਕਟ ਬਸੈ ਨਰ ਹਰੀ। ਪੰਨਾ 1163। ਪਰ ਧਨ ਅਤੇ ਪਰਾਈ ਇਸਤਰੀ ਦਾ ਦਿਲੋਂ ਤਿਆਗ ਕਰ ਦੇਣ ਵਾਲਾ ਸਦਾ ਪ੍ਰਭੂ ਦੀ ਹਜ਼ੂਰੀ ਵਿੱਚ ਹੀ ਵਸਦਾ ਹੈ। ਅਜਿਹੇ ਬੇਅੰਤ ਸ਼ਬਦ ਹਨ ਜਿਨ੍ਹਾਂ ਵਿੱਚ ਪ੍ਰਭੂ ਪ੍ਰਾਪਤੀ ਵਾਸਤੇ ਮਰਯਾਦਾ ਦੀ ਰਹਿਣੀ ਦੱਸੀ ਹੈ। ਹੋਰ ਕਿਸੇ ਜਪ ਤਪ ਪੁੰਨ ਦਾਨ ਆਦਿ ਕਰਨ ਦਾ ਕੋਈ ਜ਼ਿਕਰ ਨਹੀਂ ਹੈ। ਗੁਰੂ ਦੀ ਮਰਯਾਦਾ ਦਾ ਇੱਕ ਰੂਪ ਇਹ ਵੀ ਹੈ, ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ। ਪੰਨਾ 386। ਅਰਥਾਤ ਹੇ ਵੀਰ, ਹੇ ਮਿੱਤਰ, ਕਦੇ ਕਿਸੇ ਦਾ ਬੁਰਾ ਨਾ ਚਿਤਵਿਆ ਕਰੋ। ਕਦੇ ਮਨ ਵਿੱਚ ਇਹ ਇੱਛਾ ਪੈਦਾ ਨਾ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਅਜਿਹੀ ਜੀਵਨ ਮਰਯਾਦਾ ਬਣਾ ਲੈਣ ਦਾ ਸਿੱਟਾ ਇਹ ਹੋਵੇਗਾ ਕਿ ਤੁਹਾਨੂੰ ਵੀ ਕਦੇ ਕੋਈ ਦੁੱਖ ਨਹੀਂ ਪਹੁੰਚ ਸਕੇਗਾ। ਇਸ ਤਰ੍ਹਾਂ ਨਿਮਰਤਾ ਦੀ ਮਰਯਾਦਾ ਗ੍ਰਹਿਣ ਕਰਨ ਦਾ ਉਪਦੇਸ਼ ਦਿੰਦੇ ਹੋਏ ਸਤਿਗੁਰੂ ਨਾਨਕ ਜੀ ਫਰਮਾਨ ਕਰਦੇ ਹਨ, ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇਂ ਪਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨ ਕੋਏ ਧਰ ਧਾ ਰਾਜੂ ਤੋਲੀਐ ਨਿਵੇਂ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਥੀਐ ਜਾਂ ਰਿਦੇ ਕਸ਼ੁੱਦੇ ਜਾਹੇ। ਪੰਨਾ 470। ਅਰਥ ਸਿੰਬਲ ਦਾ ਰੁੱਖ ਕਿੱਡਾ ਸਿੱਧਾ ਲੰਮਾ ਤੇ ਮੋਟਾ ਹੁੰਦਾ ਹੈ, ਪਰ ਉਹ ਪੰਛੀ ਜੋ ਫਲ ਖਾਣ ਦੀ ਆਸ ਰੱਖ ਕੇ ਇਸ ਉੱਤੇ ਆ ਬੈਠਦੇ ਹਨ ਉਹ ਨਿਰਾਸ਼ ਹੋ ਕੇ ਕਿਉਂ ਜਾਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਏਡਾ ਉੱਚਾ ਲੰਮਾ ਤੇ ਮੋਟਾ ਹੈ, ਪਰ ਇਸ ਦੇ ਫਲ ਫਿੱਕੇ ਹੁੰਦੇ ਹਨ ਅਤੇ ਫੁੱਲ ਬੇਸੁਆਦੇ ਹਨ। ਇਸ ਦੇ ਪੱਤਰ ਵੀ ਕਿਸੇ ਕੰਮ ਨਹੀਂ ਆਉਂਦੇ। ਹੇ ਨਾਨਕ, ਨੀਵੇਂ ਰਹਿਣ ਵਿੱਚ ਮਿਠਾਸ ਹੈ, ਗੁਣ ਹਨ। ਨੀਵਾਂ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ ਸਭ ਤੋਂ ਚੰਗਾ ਹੈ। ਭਾਵੇਂ ਆਮ ਤੌਰ 'ਤੇ ਜਗਤ ਵਿੱਚ ਹਰੇਕ ਜੀਵ ਆਪਣੇ ਸਵਾਰਥ ਲਈ ਲਿਖਦਾ ਹੈ, ਕਿਸੇ ਦੂਜੇ ਦੀ ਖਾਤਰ ਕੋਈ ਨਹੀਂ ਝੁਕਦਾ। ਇਹ ਵੀ ਵੇਖ ਲਵੋ ਕਿ ਤੱਕੜੀ ਉੱਤੇ ਧਰ ਕੇ ਤੋਲਿਆ ਜਾਏ, ਭਾਵੇਂ ਜੇ ਚੰਗੀ ਤਰ੍ਹਾਂ ਪਰਖ ਕੀਤੀ ਜਾਵੇ ਤਾਂ ਵੀ ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ। ਭਾਵ ਜੋ ਲਿਖਦਾ ਹੈ ਉਹੀ ਵੱਡਾ ਗਿਣੀਦਾ ਹੈ, ਪਰ ਨਿਉਣ ਦਾ ਭਾਵ ਮਨੋਂ ਨਿਉਣਾ ਹੈ। ਨਿਰਾ ਸਰੀਰ ਨਿਵਾਉਣ ਨੂੰ ਝੁਕਣਾ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਜੇ ਸਰੀਰ ਕਰਕੇ ਨਿਉਣ ਨੂੰ ਹੀ ਨੀਵਾਂ ਆਖੀਦਾ ਹੋਵੇ ਤਾਂ ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ ਲਿਫ ਕੇ ਕਈ ਵਾਰੀ ਧਰਤੀ 'ਤੇ ਅਸ਼ਟਾਂਗ ਲੰਮਾ ਹੀ ਪੈ ਜਾਂਦਾ ਹੈ। ਸੋ ਨਿਰਾ ਸਿਰ ਨਿਵਾ ਦਿੱਤਾ ਜਾਵੇ ਤੇ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ ਇਸ ਨਿਉਣ ਦਾ ਕੋਈ ਲਾਭ ਨਹੀਂ ਹੋ ਸਕਦਾ। ਗੁਰੂ ਦੇ ਹਜ਼ੂਰ ਮਾਇਕ ਪਦਾਰਥਾਂ ਦੀ ਮੰਗ ਨਾਲ ਭਰੇ ਮਨ ਨਾਲ ਡੰਡੌਤਾਂ ਕਰਨੀਆਂ ਸ਼ਿਕਾਰੀਆਂ ਵਾਲਾ ਨਿਉਣਾ ਹੀ ਹੈ। ਗੁਰੂ ਦੇ ਇਸ ਉਪਦੇਸ਼ ਨੂੰ ਬੁੱਝਣਾ ਹੈ ਕਿ ਕਦੇ ਵੀ ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਜੀਵਨ ਦੀ ਇੱਕ ਇਹ ਮਰਯਾਦਾ ਵੀ ਸਮਝਾਈ ਹੈ ਕਿ ਕਿਸੇ ਮੂਰਖ ਨਾਲ ਕਦੇ ਨਹੀਂ ਝਗੜਨਾ ਚਾਹੀਦਾ। ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖੈ ਨਾਲ ਨਾ ਲੁੱਝੀਐ। ਪੰਨਾ 473। ਅਰਥ ਜਗਤ ਵਿੱਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ, ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖ ਕਰ ਵਿਖਾਓ। ਭਾਵ ਕੋਈ ਵਿਰਲਾ ਹੈ ਜਿਸ ਨੂੰ ਮਮਤਾ ਨਹੀਂ ਹੈ। ਆਪੋ ਆਪਣੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ। ਜਦੋਂ ਇਸ ਜਗਤ ਵਿੱਚ ਸਦਾ ਰਹਿਣਾ ਹੀ ਨਹੀਂ ਹੈ ਤਾਂ ਕਿਉਂ ਹੰਕਾਰ ਵਿੱਚ ਪੈ ਕੇ ਖਪੀਏ। ਕੇਵਲ ਇਹ ਅੱਖਰ ਭਾਵ ਉਪਦੇਸ਼ ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਅਤੇ ਮੂਰਖ ਨਾਲ ਝਗੜਨਾ ਨਹੀਂ ਚਾਹੀਦਾ। ਕਿ ਇਹ ਸਭ ਕੁਝ ਬੜੀ ਉੱਚੀ ਜੀਵਨ ਮਰਯਾਦਾ ਸਿਖਾਉਣ ਵਾਲਾ ਪਾਵਨ ਗੁਰੂ ਉਪਦੇਸ਼ ਨਹੀਂ ਹੈ ਜੀ। ਕਹਿਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਏ ਭੁੱਖਿਆਂ ਗੰਢ ਪਵੈ ਜਾਂ ਖਾਏ
ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪਰੀਤੀ ਮਿੱਠੇ ਬੋਲ। ਬੇਦਾਂ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੇ ਮੂੰਹ ਮਾਰ। ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਪੰਨਾ 143। ਅਰਥ, ਜੇ ਕਹਾਂ ਸੋਨਾ ਜਾਂ ਲੋਹਾ ਟੁੱਟ ਜਾਏ, ਅੱਗ ਦੀ ਸਹਾਇਤਾ ਨਾਲ ਲੋਹਾਰ ਆਦਿਕ ਗਾਂਢਾ ਲਾ ਦਿੰਦਾ ਹੈ। ਜੇ ਵਹੁਟੀ ਨਾਲੋਂ ਖਸਮ ਟੁੱਟ ਜਾਏ, ਭਾਵ ਨਾਰਾਜ਼ ਹੋ ਜਾਏ, ਤਾਂ ਜਗਤ ਵਿੱਚ ਇਹਨਾਂ ਦਾ ਜੋੜ ਪੁੱਤਰਾਂ ਰਾਹੀਂ ਬਣਦਾ ਹੈ। ਰਾਜਾ ਪਰਜਾ ਪਾਸੋਂ ਮਾਮਲਾ ਮੰਗਦਾ ਹੈ, ਨਾ ਦਿੱਤਾ ਜਾਏ ਤਾਂ ਰਾਜੇ ਦੀ ਪਰਜਾ ਨਾਲ ਵਿਗੜਦੀ ਹੈ। ਮਾਮਲਾ ਦਿੱਤਿਆਂ ਰਾਜਾ ਪਰਜਾ ਦਾ ਮੇਲ ਹੋ ਜਾਂਦਾ ਹੈ। ਭੁੱਖ ਨਾਲ ਆਤੁਰ ਹੋਏ ਬੰਦੇ ਦਾ ਆਪਣੇ ਸਰੀਰ ਨਾਲ ਤਾਂ ਹੀ ਸੰਬੰਧ ਬਣਿਆ ਰਹਿੰਦਾ ਹੈ ਜੇ ਉਹ ਰੋਟੀ ਖਾਏ। ਕਾਲਾਂ ਨੂੰ ਗੰਢ ਪੈਂਦੀ ਹੈ, ਭਾਵ ਕਾਲ ਮੁੱਕ ਜਾਂਦੇ ਹਨ। ਜੇ ਬਹੁਤ ਮੀਂਹ ਪੈ ਕੇ ਨਦੀਆਂ ਚੱਲ ਪੈਣ, ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ, ਭਾਵ ਪਿਆਰ ਪੱਕਾ ਹੁੰਦਾ ਹੈ। ਵੇਦ ਆਦਿਕ ਧਰਮ ਪੁਸਤਕਾਂ ਨਾਲ ਮਨੁੱਖ ਦਾ ਤਦੋਂ ਜੋੜ ਜੁੜਦਾ ਹੈ ਜੇ ਮਨੁੱਖ ਸੱਚ ਬੋਲੇ, ਭਾਵ ਧਰਮ ਪੁਸਤਕਾਂ ਦੀ ਸਿੱਖਿਆ ਅਨੁਸਾਰ ਚੱਲੇ। ਇਸ ਤਰ੍ਹਾਂ ਸਿੱਖ ਦੀ ਗੰਢ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤਦੇ ਹੀ ਹੈ ਜੇ ਗੁਰੂ ਦੀ ਦੱਸੀ ਸਿੱਖਿਆ 'ਤੇ ਚੱਲੇ। ਮੋਏ ਬੰਦੇ ਦਾ ਜਗਤ ਨਾਲ ਸੰਬੰਧ ਬਣਿਆ ਰਹਿੰਦਾ ਹੈ, ਭਾਵ ਪਿੱਛੇ ਲੋਕ ਯਾਦ ਕਰਦੇ ਹਨ ਜੇ ਮਨੁੱਖ ਭਲਾਈ ਤੇ ਲੋੜਵੰਦਾਂ ਦੀ ਸਹਾਇਤਾ ਰੂਪੀ ਦਾਨ ਕਰਦਾ ਰਹੇ ਅਥਵਾ ਗਿਆਨ ਵੰਡਦਾ ਰਹੇ। ਸੋ ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ ਦਾ ਵਿਹਾਰ ਚੱਲਦਾ ਹੈ। ਮੂੰਹ 'ਤੇ ਮਾਰ ਪਿਆ ਮੂਰਖ ਦੇ ਮੂਰਖਪੁਣੇ ਨੂੰ ਰੋਕ ਪੈਂਦੀ ਹੈ। ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਦੀ ਰਾਹੀਂ ਪ੍ਰਭੂ ਦੇ ਦਰਬਾਰ ਵਿੱਚ ਆਦਰ ਪਿਆਰ ਦਾ ਜੋੜ ਜੁੜਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰੀ ਜੀਵਨ ਵਿੱਚੋਂ ਉਦਾਹਰਨਾਂ ਦੇ ਕੇ ਜ਼ਿੰਦਗੀ ਦੀ ਜੁਗਤ ਨੂੰ ਸਵਾਰ ਕੇ ਲੋਕ ਅਤੇ ਪਰਲੋਕ ਦੋਵੇਂ ਸੁਹੇਲੇ ਕਰ ਸਕਣ ਦਾ ਬਹੁਮੁੱਲਾ ਗਿਆਨ ਬਖਸ਼ਿਸ਼ ਕੀਤਾ ਹੈ। ਇਸੇ ਤਰ੍ਹਾਂ ਹੀ ਅਗਲੇ ਸ਼ਬਦ ਵਿੱਚ ਵੀ ਗੁਰਦੇਵ ਜੀ ਨੇ ਜੀਵਨ ਜੁਗਤ ਸਵਾਰਨ ਲਈ ਅਨਮੋਲ ਉਪਦੇਸ਼ ਦਿੱਤਾ ਹੈ। ਚੋਰ ਸਲਾਹੇ ਚੀਤ ਨਾ ਭੀਜੈ, ਜੇ ਬਦੀ ਕਰੇ ਤਾਂ ਤਸੂ ਨਾ ਛੀਜੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਸੋਣ ਮਨ ਅੰਧੇ ਕੁੱਤੇ ਕੁੜਿਆਰ, ਬਿਨ ਬੋਲੇ ਬੁੱਧੀਐ ਸਚਿਆਰ। ਰਹਾਉ। ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ। ਜੇ ਸਾਥ ਰਖੀਏ ਦੀਜੇ ਰਲਾਏ, ਜਾਂ ਪਰਖੀਏ ਖੋਟਾ ਹੋਏ ਜਾਏ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ। ਜੇ ਵਡਿਆਈਆਂ ਆਪੇ ਖਾਏ, ਜਿਹੀ ਸੁਰਤ ਤੇਹੇ ਰਾਹ ਜਾਏ। ਜੇ ਸੌ ਕੂੜੀਆਂ ਕੂੜ ਕਬਾੜ, ਭਾਵੇਂ ਸਭ ਆਖੋ ਸੰਸਾਰ। ਤੁਧ ਭਾਵੇ ਅੱਧੀ ਪ੍ਰਵਾਨ, ਨਾਨਕ ਜਾਣੈ ਜਾਣ ਸੁਜਾਨ। ਪੰਨਾ 662। ਅਰਥ, ਜੇ ਕੋਈ ਚੋਰ ਉਸ ਦੀ ਹਾਕਮ ਦੀ, ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ, ਖੁਸ਼ਾਮਦ ਕਰੇ ਤਾਂ ਉਸ ਨੂੰ ਇਹ ਯਕੀਨ ਨਹੀਂ ਬਣ ਸਕਦਾ ਕਿ ਇਹ ਬੱਚਾ ਸੱਚਾ ਹੈ। ਜੇ ਉਹ ਚੋਰ ਹਾਕਮ ਦੀ ਬਦਖੋਈ ਕਰੇ ਤਾਂ ਵੀ ਉਹ ਰਤਾ ਭਰ ਨਹੀਂ ਘਾਬਰਦਾ। ਕੋਈ ਵੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ। ਜਿਹੜਾ ਮਨੁੱਖ ਲੋਕਾਂ ਦੀਆਂ ਨਜ਼ਰਾਂ ਵਿੱਚ ਚੋਰ ਮੰਨਿਆ ਗਿਆ, ਉਹ ਖੁਸ਼ਾਮਦਾਂ ਜਾਂ ਬਦਖੋਈਆਂ ਨਾਲ ਹੋਰਨਾਂ ਦੇ ਸਾਹਮਣੇ ਚੰਗਾ ਨਹੀਂ ਬਣ ਸਕਦਾ। ਹੇ ਅੰਨੇ ਲਾਲਚੀ ਤੇ ਝੂਠੇ ਮਨ, ਧਿਆਨ ਨਾਲ ਸੁਣ। ਸੱਚਾ ਮਨੁੱਖ ਬਿਨਾਂ ਬੋਲਿਆਂ ਹੀ ਪਛਾਣਿਆ ਜਾਂਦਾ ਹੈ। ਚੋਰ ਪਿਆ ਸੋਹਣਾ ਬਣੇ, ਚਾਤਰ ਬਣੇ, ਪਰ ਆਖਰ ਉਹ ਚੋਰ ਹੀ ਹੈ। ਉਸ ਦੀ ਕਦਰ ਕੀਮਤ ਨਹੀਂ ਪੈਂਦੀ। ਜਿਵੇਂ ਖੋਟੇ ਰੁਪਏ ਦਾ ਮੁੱਲ 2 ਗੰਢੇ 8 ਕੌਡੇ ਹੀ ਹੈ। ਜੇ ਖੋਟੇ ਰੁਪਏ ਨੂੰ ਖਰਿਆਂ ਵਿੱਚ ਰੱਖ ਦਈਏ ਜਾਂ ਰਲਾ ਦਈਏ ਤਾਂ ਵੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ। ਭਾਵ ਚੰਗੀ ਜੀਵਨ ਮਰਯਾਦਾ ਦਾ ਧਾਰਨੀ ਹੋ ਕੇ ਚੋਰੀ ਕਰਨ ਵਾਲੀ ਆਪਣੀ ਆਦਤ ਛੱਡ ਦੇਣ ਤੋਂ ਬਿਨਾਂ ਜੇ ਕੋਈ ਚੋਰ ਕਿਸੇ ਚਤੁਰਾਈ ਨਾਲ ਆਪਣੇ ਆਪ ਨੂੰ ਚੰਗਾ ਵੀ ਸਿੱਧ ਕਰ ਦੇਵੇ, ਫਿਰ ਵੀ ਉਸ ਦੀ ਅਸਲੀਅਤ ਨੰਗੀ ਜ਼ਰੂਰ ਹੋ ਜਾਂਦੀ ਹੈ। ਮਨੁੱਖ ਜੈਸੇ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਉਂਦਾ ਹੈ। ਹਰ ਕੋਈ ਆਪ ਕਰਮਾਂ ਦੇ ਬੀਜ ਬੀਜ ਕੇ ਆਪ ਹੀ ਫਲ ਖਾਂਦਾ ਹੈ। ਜੇ ਕੋਈ ਮਨੁੱਖ ਹੋਵੇ ਤਾਂ ਖੋਟਾ, ਪਰ ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ, ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ ਮਨੁੱਖ ਦੀ ਜਿਹੋ ਜਿਹੀ ਮਨੋਵਾਸ਼ਨਾ ਹੈ ਉਹੋ ਜਿਹੇ ਰਸਤੇ ਉੱਤੇ ਹੀ ਉਹ ਤੁਰਦਾ ਹੈ। ਆਪਣਾ ਇਤਬਾਰ ਜਮਾ ਲੈਣ ਲਈ ਚਲਾਕ ਬਣ ਕੇ ਭਾਵੇਂ ਸਾਰੇ ਸੰਸਾਰ ਨੂੰ ਝੂਠੀਆਂ ਗੱਲਾਂ ਤੇ ਗੱਪਾਂ ਆਖੀ ਜਾਏ, ਪਰ ਹੇ ਪ੍ਰਭੂ, ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ। ਹੇ ਪ੍ਰਭੂ,
ਜੇ ਦਿਲ ਦਾ ਖਰਾ ਹੋਵੇ ਤਾਂ ਇੱਕ ਸਿੱਧੜ ਮਨੁੱਖ ਵੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ 'ਤੇ ਕਬੂਲ ਹੋ ਜਾਂਦਾ ਹੈ। ਅੱਲੜ ਮਨ ਦੀ ਸਫਾਈ ਹੈ। हे ਨਾਨਕ, ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ ਸਭ ਕੁਝ ਜਾਣਦਾ ਹੈ। ਗੁਰੂ ਦੇ ਹੁਕਮ ਰੂਪੀ ਮਰਜ਼ਾਦਾ ਮਨੁੱਖ ਨੂੰ ਵਿਪਰਨ ਕੀ ਰੀਤ ਤੋਂ ਦੂਰ ਰੱਖ ਕੇ ਨਿਆਰੇ ਆਚਰਨ ਵਾਲਾ ਬਣਾਉਂਦੀ ਹੈ। ਜਗਤ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਅਕਾਲ ਪੁਰਖ ਦੇ ਹੁਕਮ ਦੀ ਅਥਵਾ ਰੱਬੀ ਮਰਜ਼ਾਦਾ ਦੀ ਸੋਝੀ ਕਰਾ ਕੇ ਮਨੁੱਖ ਨੂੰ ਪ੍ਰਭੂ ਦੇ ਹੁਕਮ ਵਿੱਚ ਵਿਚਰਨ ਦੀ ਮਰਜ਼ਾਦਾ ਦ੍ਰਿੜ ਕਰਾਉਂਦਾ ਹੈ। ਮਨੁੱਖਤਾ ਦੇ ਸੱਚੇ ਹਮਦਰਦ ਅਤੇ ਨਿਸ਼ਕਾਮ ਗੁਰ ਪਰਮੇਸ਼ਰ ਦੀ ਦਸੀ ਮਰਜ਼ਾਦਾ ਮਨੁੱਖ ਨੂੰ ਉੱਚੀ ਆਤਮਿਕ ਅਵਸਥਾ ਵਾਲਾ ਅਨੁਭਵੀ ਸੰਤ ਸੂਰਮਾ ਬਣਾਉਂਦੀ ਹੈ। ਸਵਾਰਥੀ ਅਤੇ ਲੰਬਟੀ ਬ੍ਰਾਹਮਣ ਗੁਰੂ ਦੀ ਬਣਾਈ ਹੋਈ ਕਰਮਕਾਂਡੀ ਮਰਜ਼ਾਦਾ ਮਨੁੱਖ ਨੂੰ ਮਾਇਆ ਜਾਲ ਵਿੱਚ ਫਸਾ ਕੇ ਸੋਚ ਆਚਾਰ ਤੋਂ ਸਖਣਾ ਰੱਖਦੀ ਹੈ ਅਤੇ ਪ੍ਰਭੂ ਦੀ ਸੱਚੀ ਭਗਤੀ ਤੋਂ ਦੂਰ ਕਰਦੀ ਹੈ। ਗੁਰੂ ਦੀ ਦਸੀ ਮਰਜ਼ਾਦਾ ਨੂੰ ਸਮਝ ਕੇ ਸਿਰਫ ਉਸੇ ਦਾ ਧਾਰਨੀ ਬਣਨਾ ਹੀ ਸਿੱਖ ਦਾ ਕੇਵਲ ਮਾਤਰ ਧਰਮ ਹੈ। ਇਸੇ ਵਿੱਚ ਸਿੱਖੀ ਦੀ ਆਨ ਸ਼ਾਨ ਅਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਸ਼ਾਮਲ ਹਨ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਘਰੇ ਫਿਰ ਪਾਇਆ, ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ, ਜਹ ਦੇਖਾਂ ਤੈਂ ਫਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਪੰਨਾ 738। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ, ਦੂਜੇ ਕਾਂਡ ਦਾ ਚੌਥਾ ਅਤੇ 5ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।